ਨਮਸਤੇ ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਜਨਰਲ ਕੈਟਾਗਰੀ ਜਿਹੜੀ ਹਮੇਸ਼ਾ ਹੀ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਰਹੀ ਹੈ ਤੇ ਅਗਰ ਰਿਜ਼ਰਵ ਕੈਟਾਗਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਹਮੇਸ਼ਾ ਹੀ ਉਸ ਤੇ ਹਾਵੀ ਰਹੀ ਹੈ ਭਾਵੇਂ ਜਨਰਲ ਕੈਟਾਗਰੀ ਵਿੱਚ ਕਾਬਲ ਲੋਕ ਵੀ ਹੋਣ। ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਦੇ ਜਿਹੜੇ ਜੁਆਇੰਟ ਸੈਕਟਰੀ ਹੈਗੇ ਨੇ ਉਹ ਇਸ ਵੇਲੇ ਸਾਡੇ ਨਾਲ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਾਂਗੇ ਕਿ ਆਖਰਕਾਰ ਕਿਸ ਤਰੀਕੇ ਦਾ ਜਿਹੜਾ ਫੈਸਲਾ ਸੁਪਰੀਮ ਕੋਰਟ ਵੱਲੋਂ ਆਇਆ ਉਹ ਹੈ ਕੀ ਜੀ। ਸ਼ਾਮ ਲਾਲ ਜੀ ਅਸੀਂ ਜਾਣਨਾ ਚਾਹਾਂਗੇ ਕਿ ਨਾਗਰਾਜ ਦਾ ਕੇਸ ਸੀਗਾ ਕੀ ਤੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਜਨਰਲ ਵੈਲਫੇਅਰ ਜਿਹੜੀ ਹੈਗੀ ਹੈ ਉਸ ਨੇ ਉਹਨੂੰ ਰੀਪ੍ਰੈਜ਼ੈਂਟ ਕੀਤਾ ਤੇ ਕੀ ਸਿੱਟਾ ਨਿਕਲੇ। ਅਸੀਂ ਪ੍ਰੈਸ ਟਰਮਸ ਦੇ ਸਾਥੀ ਨੇ ਜਿਹੜੇ ਉਹਨਾਂ ਨੂੰ ਵੈਲਕਮ ਕਰਦੇ ਹਾਂ। ਐਮ ਨਾਗਰਾਜ ਦਾ ਫੈਸਲਾ ਜਿਹੜਾ ਸੀ ਉਹ 2006 ਦੇ ਵਿੱਚ ਆਇਆ ਸੀ। ਕੰਸਟੀਟਿਊਸ਼ਨ ਬੈਂਚ ਦਾ ਫੈਸਲਾ ਸੀ ਜਿਸ ਨੇ ਸਪਸ਼ਟ ਕਰ ਦਿੱਤਾ ਸੀ ਕਿ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਇਜ਼ ਨਾਟ ਏ ਫੰਡਾਮੈਂਟਲ ਰਾਈਟ ਐਨੀ ਹਾਊ if the state government take decision to introduce reservation in promotion then they have to satisfy some parameters। ਉਹ ਜਿਹੜੇ ਪੈਰਾਮੀਟਰ ਸੀ ਉਹ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਇਹ ਦੇਖੋ ਪਹਿਲਾਂ ਕਿ ਕੀ ਉਹਨਾਂ ਦੀ ਗਿਣਤੀ ਘੱਟ ਹੈ ਸਰਵਿਸਿਜ਼ ਦੇ ਵਿੱਚ ਰਿਜ਼ਰਵ ਕੈਟਾਗਰੀ ਦੀ, ਕੀ ਰਿਜ਼ਰਵੇਸ਼ਨ ਪ੍ਰਮੋਸ਼ਨ ਦੇਣ ਦੇ ਨਾਲ ਐਫੀਸ਼ੈਂਸੀ ਹਿੱਟ ਤਾਂ ਨਹੀਂ ਹੋਏਗੀ, ਕੀ ਜਿਹੜੇ ਬੰਦਿਆਂ ਨੂੰ ਤੁਸੀਂ ਰਿਜ਼ਰਵੇਸ਼ਨ ਪ੍ਰਮੋਸ਼ਨ ਦੇ ਰਹੇ ਹੋ ਦੇ ਆਰ ਸਟਿਲ ਬੈਕਵਰਡ। ਇਹ ਤਿੰਨ ਜਿਹੜੇ ਸੀ ਇਹ ਰੱਖੇ ਗਏ ਸੀ ਲੇਕਿਨ ਸਰਕਾਰ ਨੇ ਬਿਨਾਂ ਡਾਟਾ ਕਲੈਕਟ ਕੀਤੇ, ਬਹੁਤ ਸਾਰੀ ਸਰਕਾਰਾਂ ਨੇ ਈਵਨ ਕੇਂਦਰ ਸਰਕਾਰ ਨੇ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਇੰਟਰੋਡਿਊਸ ਕੀਤੀ, ਜਾਰੀ ਰੱਖੀ। ਉਸ ਨੂੰ ਦੁਬਾਰਾ ਫਿਰ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਕਈ ਕੇਸਾਂ ਦੇ ਵਿੱਚ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਕੁਐਸ਼ ਕਰ ਦਿੱਤੀ। ਲੇਕਿਨ ਇੱਕ ਫੈਸਲਾ ਵਿਚਕਾਰ ਜੇ ਨੂੰ ਇੱਕ ਆਇਆ, ਉਸ ਫੈਸਲੇ ਵਿੱਚ ਇਹ ਕਹਿਤਾ ਕਿ ਜੀ ਬੈਕਵਰਡਨੈਸ ਦੇ ਬਾਰੇ ਡਾਟਾ ਕਲੈਕਟ ਕਰਨ ਦੀ ਲੋੜ ਨਹੀਂ ਹੈਗੀ। ਵਨਸ ਬੈਕਵਰਡ ਆਲਵੇਜ਼ ਬੈਕਵਰਡ ਵਟ ਐਵਰ ਇਟ ਮੇ ਬੀ ਇਟ ਵਾਜ ਏ ਡਿਸੀਜਨ। ਲੇਕਿਨ ਅਸੀਂ ਅਜੇ ਵੀ ਇਸ ਨੂੰ ਲੜੀ ਜਾਂਦੇ ਹਾਂ। ਲੇਕਿਨ ਦੋ ਜਿਹੜੇ ਪੈਰਾਮੀਟਰ ਨੇ ਉਹ ਅਜੇ ਵੀ ਐਗਜ਼ਿਸਟ ਕਰਦੇ ਨੇ ਕਿ ਡਾਟਾ ਕਲੈਕਟ ਕਰਨਾ ਪਏਗਾ, ਐਫੀਸ਼ੈਂਸੀ ਦੇਖਣੀ ਪਏਗੀ। ਅਤੇ ਇਹੋ ਜਿਹੇ ਸਾਡੇ ਤਕਰੀਬਨ 150 ਕੇਸ ਉੱਥੇ ਪੈਂਡਿੰਗ ਪਏ ਸੀ ਸੁਪਰੀਮ ਕੋਰਟ ਦੇ ਵਿੱਚ। 26 ਅਕਤੂਬਰ ਨੂੰ ਜਜਮੈਂਟ ਰਿਜ਼ਰਵ ਹੋਈ, 28 ਜਨਵਰੀ ਨੂੰ ਜਜਮੈਂਟ ਸਾਡੀ ਆਈ ਜਿਸ ਨੇ ਜਿਹੜੇ ਕੁਝ ਪੈਰਾਮੀਟਰ ਦੁਬਾਰਾ ਫਿਰ ਫਿਕਸ ਕਰਤੇ ਨੇ। ਉਹਨਾਂ ਨੇ ਕਿਹਾ ਵੀ ਜਿੰਨੇ ਵੀ ਇੰਡੀਵਿਜੂਅਲ ਕੇਸ ਨੇ 24 ਫਰਵਰੀ ਤੋਂ ਅਸੀਂ ਸੁਣਵਾਈ ਕਰਾਂਗੇ, ਲੇਕਿਨ ਜਿਹੜੇ ਪੈਰਾਮੀਟਰ ਨੇ ਜਿਹੜੇ ਅਸੀਂ ਹੁਣ ਫਿਕਸ ਕਰ ਰਹੇ ਹਾਂ ਉਹ ਇਹ ਹੋਏਗਾ ਕਿ ਡਾਟਾ ਕਲੈਕਟ ਕਰਨਾ ਮਸਟ ਹੈ। ਕੇਡਰ ਵਾਈਜ਼ ਡਾਟਾ ਕਲੈਕਟ ਕਰਨਾ ਪੈਣਾ ਹੈ, ਗਰੁੱਪ ਵਾਈਜ਼ ਨਹੀਂ, ਕਲਾਸ ABCD ਦੇ ਮੁਤਾਬਕ ਨਹੀਂ, ਕੇਡਰ ਵਾਈਜ਼। ਤੁਸੀਂ ਸੁਪਰਡੈਂਟ ਇੰਜੀਨੀਅਰ ਤੋਂ ਚੀਫ ਇੰਜੀਨੀਅਰ ਬਣਾਉਣਾ ਚਾਹੁੰਦੇ ਹੋ, ਤੁਸੀਂ ਦੇਖੋ ਕਿ ਕਈ ਚੀਫ ਇੰਜੀਨੀਅਰ ਦੇ ਕੇਡਰ ਦੇ ਵਿੱਚ ਰਿਪਰੈਜ਼ੈਂਟੇਸ਼ਨ ਘੱਟ ਹੈ। ਤੁਸੀਂ SDO ਤੋਂ ਐਕਸ਼ਨ ਬਣਾਉਣਾ ਚਾਹੁੰਦੇ, ਇਹ ਦੇਖੋ ਘੱਟ ਹੈ। ਤੁਸੀਂ ਲੈਕਚਰਾਰ ਤੋਂ ਪ੍ਰਿੰਸੀਪਲ ਪ੍ਰਮੋਟ ਕਰਨਾ ਚਾਹੁੰਦੇ, ਤੁਸੀਂ ਦੇਖੋ ਪ੍ਰਿੰਸੀਪਲ ਦੇ ਕੇਡਰ ਦੇ ਵਿੱਚ ਕੀ ਪੋਜੀਸ਼ਨ ਹੈ। ਕੇਡਰ ਵਾਈਜ਼ ਡਾਟਾ ਕਲੈਕਟ ਕਰਨਾ ਪਏਗਾ ਸੀ। ਇਸ ਕਰਕੇ ਜਿਹੜਾ ਹੈਗਾ ਹੁਣ ਉਹ ਇੰਡੀਵਿਜੂਅਲ ਕੇਸ ਸਾਡੇ ਲੱਗਣਗੇ, ਇੰਡੀਵਿਜੂਅਲ ਕੇਸ ਉੱਥੇ ਡਿਸਾਈਡ ਹੋਣਗੇ। ਇੱਕ ਉਹਨਾਂ ਨੇ ਹੋਰ ਜਿਹੜਾ ਇਹਦੇ 'ਚ ਡਿਸਾਈਡ ਕੀਤਾ ਹੈ, 6 ਪੁਆਇੰਟ ਉਹਨਾਂ ਨੇ ਇਸ ਦੇ ਵਿੱਚ ਕੀਤੇ ਸੀ, ਕਵਰ ਕੀਤੇ ਸੀ ਕਿ ਨਾਗਰਾਜ ਦਾ ਜਿਹੜਾ ਫੈਸਲਾ ਹੈ ਉਹ ਪ੍ਰੋਸਪੈਕਟਿਵ ਲਾਗੂ ਹੋਏਗਾ ਜਾਂ ਰੈਟਰੋਸਪੈਕਟਿਵ ਲਾਗੂ ਹੋਏਗਾ। ਅਤੇ ਉਹਨਾਂ ਨੇ ਕਹਿਤਾ ਕਿ 2006 ਦੇ ਵਿੱਚ ਇਹ ਜਜਮੈਂਟ ਆਈ ਹੈ, ਇਸ ਕਰਕੇ ਨਾਗਰਾਜ ਦਾ ਜਿਹੜਾ ਫੈਸਲਾ ਹੈ ਉਹ ਪ੍ਰੋਸਪੈਕਟਿਵਲੀ ਲਾਗੂ ਹੋਏਗਾ। ਦਿਸ ਮੀਨਜ਼ 2006 ਤੋਂ ਬਾਅਦ ਜੋ ਵੀ ਪ੍ਰਮੋਸ਼ਨਾਂ ਹੋਈਆਂ ਨੇ ਉਹ ਰਿਵਿਊ ਹੋਣਗੀਆਂ। ਪੰਜਾਬ ਸਰਕਾਰ ਦੇ ਵਿੱਚ ਹੀ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਡਾਟਾ ਕਲੈਕਟ ਕੀਤਾ ਹੈ 2018 ਦੇ ਵੀ ਡਾਟਾ ਕਲੈਕਟ ਕੀਤਾ, ਈਵਨ ਮੇਰੇ ਕੋਲ ਫਿਗਰ ਵੀ ਨੇ, ਇਹ ਵੀ ਦੋਸਤੋ ਅਸੀਂ ਤੁਹਾਡੇ ਸਾਹਮਣੇ ਪ੍ਰੋਡਿਊਸ ਕਰ ਸਕਦੇ ਹਾਂ। ਜਿਹੜਾ ਡਾਟਾ 2018 ਦੇ ਵਿੱਚ ਇਕੱਠਾ ਕੀਤਾ, ਗਰੁੱਪ ਵਾਈਜ਼ ਵੀ ਕੇਡਰ ਵਾਈਜ਼ ਵੀ ਰਿਪਰਜੈਂਟੇਸ਼ਨ ਉਹਨਾਂ ਦੀ ਜ਼ਿਆਦਾ ਹੈ। ਕੋਈ ਵੀ ਗਰੁੱਪ, ਕੋਈ ਵੀ ਕੇਡਰ ਅਜਿਹਾ ਨਹੀਂ ਕਿ ਜਿੱਥੇ ਕਿ ਰਿਪਰਜੈਂਟੇਸ਼ਨ ਘੱਟ ਹੋਵੇ। ਲੇਕਿਨ ਫਿਰ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ। ਅਜੇ ਵੀ ਰਿਜ਼ਰਵੇਸ਼ਨ ਪ੍ਰਮੋਸ਼ਨ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਲਾਗੂ ਹੈ। 2018 ਦੇ ਵਿੱਚ ਇਹਨਾਂ ਨੇ, ਜਦੋਂ ਅਸੀਂ ਪਹਿਲਾਂ ਹਾਈ ਕੋਰਟ ਦੇ ਵਿੱਚ ਕੇਸ ਜਿੱਤੇ 20 ਫਰਵਰੀ 2018 ਨੂੰ, ਅਸੀਂ ਕਿਹਾ ਵੀ ਤੁਸੀਂ ਡਾਟਾ ਕਲੈਕਟ ਨਹੀਂ ਕੀਤਾ ਸੀ ਤਾਂ ਜਿਹੜੀ ਹਾਈ ਕੋਰਟ ਸੀ ਸਾਡੀ ਉਹਨਾਂ ਨੇ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਕੁਐਸ਼ ਕਰ ਦਿੱਤੀ। ਸਰਕਾਰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਨਹੀਂ ਗਈ, SLP ਨਹੀਂ ਪਾਈ ਕਿਉਂਕਿ ਉਹਨਾਂ ਨੂੰ ਪਤਾ ਸੀ ਉੱਥੇ ਅਸੀਂ ਹਾਰ ਜਾਵਾਂਗੇ। ਲੇਕਿਨ ਇਹਨਾਂ ਨੇ ਡਾਟਾ ਕਲੈਕਟ ਕੀਤਾ, ਹਾਲਾਂਕਿ ਡਾਟਾ ਜ਼ਿਆਦਾ ਵੀ ਆ ਗਿਆ। ਇਹਨਾਂ ਨੇ ਸਤੰਬਰ 2018 ਦੇ ਵਿੱਚ ਦੁਬਾਰਾ ਫਿਰ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਇੰਟਰੋਡਿਊਸ ਕਰਤੀ।
ਹਾਂਜੀ, ਤੇ ਜਿਹੜੀ 2018 ਦੇ ਵੀ ਕੇਸ ਅਸੀਂ ਜਿੱਤਿਆ ਸੀ, ਉਹਦੇ ਖਿਲਾਫ ਰਿਜ਼ਰਵ ਕੈਟਾਗਰੀ ਦੀ ਇੱਕ ਐਸੋਸੀਏਸ਼ਨ ਸੁਪਰੀਮ ਕੋਰਟ ਚਲੀ ਗਈ। ਉਸ ਕੇਸ ਨੂੰ ਅਜੇ ਵੀ ਅਸੀਂ ਡਿਫੈਂਡ ਕਰ ਰਹੇ ਹਾਂ, ਜਿਹੜਾ ਕਿ ਇਹ ਜਜਮੈਂਟ ਦੇ ਬੇਸ 'ਤੇ ਹੁਣ ਦੁਬਾਰਾ ਫਿਰ ਸੁਣਿਆ ਜਾਣਾ, ਤੇ ਸਾਡੀ ਉੱਥੇ ਪਲੀਡਿੰਗ ਹੋਏਗੀ ਕਿ ਪੰਜਾਬ ਸਰਕਾਰ ਨੇ ਡਾਟਾ ਕਲੈਕਟ ਨਹੀਂ ਕੀਤਾ ਸੀ, ਇਸ ਕਰਕੇ ਹਾਈ ਕੋਰਟ ਦਾ ਫੈਸਲਾ ਜਸਟੀਫਾਈਡ ਹੈ, ਔਰ ਇਸ ਪੈਰਾਮੀਟਰ ਦੇ ਮੁਤਾਬਕ ਦਿਸ SLP ਮੇ ਬੀ ਡਿਸਮਿਸਡ। ਸ਼ਰਮਾ ਜੀ, ਕੀ ਮੰਨਿਆ ਜਾਵੇ ਜਿਹੜਾ ਰਾਖਵਾਂਕਰਨ ਹੁੰਦਾ, ਰਿਜ਼ਰਵੇਸ਼ਨ ਜਿਹੜਾ ਹੈਗਾ, ਇਹ ਸਰਕਾਰਾਂ ਦੇ ਲਈ ਇੱਕ ਵੋਟ ਬੈਂਕ ਮੰਨਿਆ ਜਾਵੇ ਜਾਂ ਸਰਕਾਰਾਂ ਦੇ ਲਈ ਰਾਜਨੀਤੀਕਰਨ ਦਾ ਜ਼ਰੀਆ ਹੋਵੇ, ਇਹਦੇ ਤੇ ਕੀ ਰਾਏ ਰੱਖਦੇ ਹੋ? ਸਰਕਾਰਾਂ ਜਿਹੜੀਆਂ ਨੇ, ਬਿਲਕੁਲ ਤੁਹਾਡੇ ਵਾਲੀ ਗੱਲ ਠੀਕ ਹੈ ਕਿ ਇਹ ਰਿਜ਼ਰਵੇਸ਼ਨ ਨੂੰ ਬੜਾਵਾ ਦੇ ਰਹੀਆਂ ਨੇ। ਈਵਨ ਕਹਿਣ ਨੂੰ ਇਹ ਹੈ ਕਿ ਅਸੀਂ ਜਾਤ ਪਾਤ ਖਤਮ ਕਰ ਰਹੇ ਹਾਂ ਸਿਸਟਮ ਦੇ ਵਿੱਚੋਂ, ਹਾਲਾਂਕਿ ਹਰ ਕੰਮ ਇਹ ਜਾਤ ਪਾਤ ਦੇ ਆਧਾਰ 'ਤੇ ਕਰ ਰਹੇ ਨੇ। ਕੋਈ ਸੀਟ ਦੇਣੀ ਹੋਵੇ, MLA ਦੀ ਹੋਵੇ, ਕੌਂਸਲਰ ਦੀ ਹੋਵੇ, ਪਹਿਲਾਂ ਇਹ ਲੋਕ ਆਇਡੈਂਟੀਫਾਈ ਕਰਾਉਂਦੇ ਨੇ, ਸਰਵੇ ਕਰਦੇ ਨੇ ਕਿ ਇੱਥੇ ਕਿਹੜੀ ਕਾਸਟ ਦੀ ਵੋਟ ਜ਼ਿਆਦਾ ਕੀ ਹੈ। ਐਕਚੁਅਲੀ ਸਰਕਾਰਾਂ ਦੀ ਕਰਨੀ ਤੇ ਕਥਨੀ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਇਹ ਬਿਲਕੁਲ ਨਹੀਂ ਚਾਹੁੰਦੇ ਕਿ ਜਿਹੜੇ ਈਵਨ ਜਿਨ੍ਹਾਂ ਲੋਕਾਂ ਵਾਸਤੇ ਇਹਨਾਂ ਨੇ ਰਿਜ਼ਰਵੇਸ਼ਨ ਇੰਟਰੋਡਿਊਸ ਕੀਤੀ ਸੀ 70 ਸਾਲ ਤੋਂ ਪਹਿਲਾਂ, ਕਿ ਉਹਨਾਂ ਦਾ ਸੁਧਾਰ ਹੋਵੇ, ਕਿਉਂਕਿ ਜੇ ਇਹ ਵਾਕਈ ਹੀ ਗਰੀਬ ਆਦਮੀ ਦਾ ਸੁਧਾਰ ਕਰਨਾ ਚਾਹੁੰਦੇ ਹੋਣ ਤਾਂ ਜਿਹੜੇ ਸੁਪਰੀਮ ਕੋਰਟ ਦੇ ਫੈਸਲੇ ਨੇ ਕਿ ਕ੍ਰੀਮੀ ਲੇਅਰ ਨੂੰ ਰਿਜ਼ਰਵੇਸ਼ਨ ਤੋਂ ਬਾਹਰ ਰੱਖੋ, ਤਾਂ ਇਹਨਾਂ ਨੂੰ ਅਮੀਰਾਂ ਦੀ ਰਿਜ਼ਰਵੇਸ਼ਨ ਬੰਦ ਕਰਨੀ ਚਾਹੀਦੀ ਹੈ। ਲੇਕਿਨ ਇਹ ਅਮੀਰਾਂ ਦੀ ਰਿਜ਼ਰਵੇਸ਼ਨ ਤਾਂ ਬੰਦ ਕਰਦੇ ਨਹੀਂ। ਇੱਕੋ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਰਿਜ਼ਰਵੇਸ਼ਨ ਦਾ ਬੈਨੀਫਿਟ ਲਈ ਜਾਂਦਾ ਹੈ। ਜੇ ਵਾਕਈ ਸੁਧਾਰ ਕਰਨਾ ਚਾਹੁੰਦੇ ਹੋ ਤਾਂ ਇੱਕ ਫੈਮਿਲੀ ਨੂੰ ਜਿਸ ਨੂੰ ਤੁਸੀਂ ਰਿਜ਼ਰਵੇਸ਼ਨ ਦਾ ਬੈਨੀਫਿਟ ਦੇਤਾ ਹੈ, ਹਰ ਉਸ ਦਾ ਲੈਵਲ ਹਾਈ ਹੋ ਗਿਆ ਹੈ, ਤਾਂ ਉਸ ਨੂੰ ਅੱਗੇ ਵਾਸਤੇ ਰਿਜ਼ਰਵੇਸ਼ਨ ਬੰਦ ਕਰੋ, ਕਿਸੇ ਹੋਰ ਗਰੀਬ ਨੂੰ ਦਿਓ। ਤੇ ਰਿਜ਼ਰਵੇਸ਼ਨ ਦਾ ਜਿਹੜਾ ਆਧਾਰ ਹੈ ਉਹ ਆਰਥਿਕ ਹੋਣਾ ਚਾਹੀਦਾ। ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਬੈਠ ਕੇ ਸੋਚਣਾ ਪਏਗਾ ਕਿ ਕਿੰਨੀ ਕੁ ਦੇਰ ਜਾਤ ਪਾਤ ਦੇ ਨਾਂ 'ਤੇ, ਰਿਜ਼ਰਵੇਸ਼ਨ ਦੇ ਨਾਂ 'ਤੇ ਕਿੰਨੀ ਕੁ ਦੇਰ ਇਹ ਰਾਜ ਕਰਨਗੇ। ਇਹ ਬਹੁਤੀ ਦੇਰ ਇਹਨਾਂ ਦੀ ਗੱਲ ਬਣੇਗੀ ਨਹੀਂ ਕਿ ਲੋਕਾਂ 'ਚ ਜਾਗਰਤੀ ਆ ਰਹੀ ਹੈ। ਲੋਕ ਅੱਜ ਕੱਲ੍ਹ ਡਿਵੈਲਪਮੈਂਟ ਦੇਖ ਰਹੇ ਨੇ, ਹੋਰ ਦੇਖ ਰਹੇ ਨੇ, ਮੁੱਦੇ ਦੇਖ ਰਹੇ ਨੇ, ਕਿ ਇਹ ਰਿਜ਼ਰਵੇਸ਼ਨ ਬਹੁਤੀ ਦੇਰ ਨਹੀਂ ਚੱਲੇਗਾ ਸਿਸਟਮ। ਇਹ ਇਸੇ ਰਿਜ਼ਰਵੇਸ਼ਨ ਦੇ ਚੱਲਦੇ ਸ਼ਰਮਾ ਜੀ ਜਿਹੜਾ ਹੈਗਾ, ਕਿਤੇ ਨਾ ਕਿਤੇ ਜਨਰਲ ਕੈਟਾਗਰੀ ਦਾ ਜਿਹੜਾ ਯੁਵਾ ਹੈਗਾ, ਜਿਹੜਾ ਨੌਜਵਾਨ ਹੈਗਾ, ਪੜ੍ਹਿਆ ਲਿਖਿਆ ਹੈਗਾ, ਲੇਕਿਨ ਉਹ ਮਾਯੂਸ ਦਿਖ ਰਿਹਾ। ਜੇ ਕਾਬਲੀਅਤ ਦੇ ਆਧਾਰ 'ਤੇ ਗੱਲ ਕੀਤੀ ਜਾਵੇ ਤਾਂ ਜਨਰਲ ਕੈਟਾਗਰੀ ਦੇ ਨਾਲ ਬਹੁਤ ਜ਼ਿਆਦਾ ਤੁਸੀਂ ਸਮਝਦੇ ਹੋ ਕਿ ਨਜਾਇਜ਼ ਹੋ ਰਹੀ ਹੈ, ਅਤੇ ਨੌਜਵਾਨ ਜਿਹੜਾ ਹੈਗਾ ਅੱਜ ਕਿਸ ਪਾਸੇ ਤੁਰ ਰਿਹਾ? ਜਨਰਲ ਕੈਟਾਗਰੀ ਦੇ ਨਾਲ ਬਹੁਤ ਵੱਡਾ ਧੱਕਾ ਹੋ ਰਿਹਾ। ਈਵਨ ਜਿਨ੍ਹਾਂ ਸਰਵਿਸਿਜ਼ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਵੀ ਸੀ ਪਹਿਲਾਂ, PG ਹੋਇਆ, UGC ਸਕੇਲ ਹੋਏ, ਨੀਟ ਦਾ ਟੈਸਟ ਹੋਇਆ, ਹੁਣ ਈਵਨ ਹਾਇਰ ਪ੍ਰੋਫੈਸ਼ਨ ਦੇ ਵਿੱਚ ਵੀ ਇਹਨਾਂ ਲੋਕਾਂ ਨੇ ਰਿਜ਼ਰਵੇਸ਼ਨ ਪ੍ਰਮੋਸ਼ਨ ਇੰਟਰੋਡਿਊਸ ਕਰਤੀ ਹੈ। ਲੋਕੀ ਨੌਕਰੀਆਂ ਛੱਡ ਕੇ ਜਾ ਰਹੇ ਨੇ ਕਿ ਸਾਡਾ ਤਾਂ ਕੋਈ ਭਵਿੱਖ ਨਹੀਂ ਹੈਗਾ, ਸਾਡਾ ਕੋਈ ਭਵਿੱਖ ਨਹੀਂ। ਪੰਜਾਬ ਵਿੱਚ ਤਾਂ ਖਾਸ ਕਰਕੇ ਪੰਜਾਬ ਦਾ ਜਿਹੜਾ ਯੂਥ ਹੈ ਉਹ ਬਾਹਰ ਜਾ ਰਿਹਾ, ਔਰ ਬਾਹਰ ਜਾਣ ਦੇ ਵਾਸਤੇ ਉਹਨੂੰ ਦਿੱਕਤਾਂ ਬਹੁਤ ਆ ਰਹੀਆਂ ਨੇ, ਗਲਤ ਢੰਗ ਦੇ ਨਾਲ ਵੀ ਬਾਹਰ ਜਾ ਰਹੇ ਨੇ, ਜ਼ਮੀਨਾਂ ਵਿਕ ਰਹੀਆਂ ਨੇ। ਈਵਨ ਸਾਡਾ ਜਿਹੜਾ ਸਰਮਾਇਆ ਹੈ ਉਹ ਬਾਹਰ ਜਾ ਰਿਹਾ ਪੰਜਾਬ ਦਾ। ਕੋਈ ਜ਼ਮਾਨਾ ਹੁੰਦਾ ਸੀ ਬਾਹਰੋਂ ਸਰਮਾਇਆ ਇੱਥੇ ਆਉਂਦਾ ਸੀ, ਇੱਥੇ ਲੋਕ ਇਨਵੈਸਟਮੈਂਟ ਕਰਦੇ ਸੀ। ਹੁਣ ਸਭ ਦੇ ਬੱਚੇ ਬਾਹਰ ਚਲੇ ਗਏ ਨੇ, ਮੇਰੇ ਬੱਚੇ ਵੀ ਬਾਹਰ ਬੈਠੇ ਨੇ। ਮੈਂ ਵੀ ਆਪਣੀ ਜਿਹੜੀ ਛੋਟੀ ਮੋਟੀ ਇੱਥੇ ਪ੍ਰਾਪਰਟੀ ਹੈ ਉਹਨੂੰ ਵੇਚ ਕੇ ਬਾਹਰ ਹੀ ਭੇਜਣੀ ਹੈ ਸੀ। ਇਹ ਤਾਂ ਪੰਜਾਬ ਵੱਲ ਤਾਂ ਕਿਸੇ ਵੀ ਸਰਕਾਰ ਦਾ ਕੋਈ ਧਿਆਨ ਨਹੀਂ। ਸਾਰੀ ਜਿਹੜੀ ਸਰਕਾਰਾਂ ਨੇ ਉਹ ਜਾਤ ਪਾਤ 'ਤੇ, ਧਰਮ 'ਤੇ, ਹੋਰ ਪਾਸੇ ਲੱਗੇ ਹੋਏ ਨੇ। ਕਿਸੇ ਦਾ ਵੀ ਪੰਜਾਬ ਵਾਲੇ ਪਾਸੇ ਤਾਂ, ਡਿਵੈਲਪਮੈਂਟ ਵਾਲੇ ਪਾਸੇ ਤਾਂ ਧਿਆਨ ਹੀ ਨਹੀਂ ਹੈਗਾ। ਜਿਨ੍ਹਾਂ ਪਾਰਟੀਆਂ ਨੂੰ ਇਹ ਅਸੀਂ ਸਮਝਦੇ ਸੀ, ਜਿਹੜੀ ਪਾਰਟੀਆਂ ਕਿਸੇ ਨਾ ਕਿਸੇ ਮੂਵਮੈਂਟ ਦੇ ਵਿੱਚੋਂ ਨਿਕਲੀਆਂ ਸੀ, ਜਿਹੜੀ ਪਾਰਟੀਆਂ ਕਹਿੰਦੇ ਸੀ ਕਿ ਅਸੀਂ ਰਾਜਨੀਤੀ ਕਰਨ ਨਹੀਂ ਆਏ, ਅਸੀਂ ਤਾਂ ਰਾਜਨੀਤੀ ਨੂੰ ਦੀ ਸਫਾਈ ਕਰਨ ਆਏ ਹਾਂ, ਲੇਕਿਨ ਅਫਸੋਸ ਦੀ ਗੱਲ ਹੈ ਕਿ ਉਹ ਵੀ ਜਾਤ ਪਾਤ ਦੇ ਆਧਾਰ 'ਤੇ ਇਸ ਟਾਈਮ ਪੰਜਾਬ ਦੇ ਵਿੱਚ ਨੀਤੀ ਅਪਣਾ ਰਹੇ ਨੇ। ਦੈਟ ਇਜ਼ ਬੜੀ ਡੇਂਜਰਸ ਹੋ ਗਈ ਹੈ। ਇਸ ਕਰਕੇ ਅਸੀਂ ਤਾਂ ਬੇਨਤੀ ਇਹੀ ਕਰਾਂਗੇ ਕਿ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡੋ, ਰਿਜ਼ਰਵੇਸ਼ਨ ਨੂੰ ਛੱਡੋ, ਸਾਰਾ ਕੁਝ ਛੱਡੋ, ਮੈਰਿਟ ਦੀ ਕਦਰ ਕਰੋ। ਮੈਰਿਟ ਦੀ ਕਦਰ ਹੋਣੀ ਚਾਹੀਦੀ ਹੈ। ਅਦਰਵਾਈਜ਼ ਇਹ ਸਿਸਟਮ ਠੀਕ ਨਹੀਂ। ਜਿਹੜਾ ਨੌਕਰੀਆਂ ਜਿਹੜੀਆਂ ਨੇ ਉਹ ਤੁਸੀਂ ਮੈਰਿਟ ਦੇ ਲਿਹਾਜ਼ ਨਾਲ ਦਿਓ। ਈਵਨ ਪ੍ਰਮੋਸ਼ਨ ਦੇ ਵਿੱਚ ਤਾਂ ਰਿਜ਼ਰਵੇਸ਼ਨ ਦਾ ਮਤਲਬ ਹੀ ਕੋਈ ਨਹੀਂ। ਜਦੋਂ ਤੁਸੀਂ ਇੱਕ ਵਾਰੀ ਨੌਕਰੀ ਜੁਆਇਨ ਕਰ ਲਈ ਹੈ, ਇੱਕੋ ਤਨਖਾਹ ਦੇ ਵੀ ਤੁਸੀਂ ਆ ਗਏ ਹੋ, ਇੱਕੋ ਤਰ੍ਹਾਂ ਬੈਠਣਾ ਸ਼ੁਰੂ ਕਰਤਾ ਹੈ, ਇੱਕੋ ਤੁਹਾਡਾ ਲੈਵਲ ਹੋ ਗਿਆ, then there is no need of reservation in promotion। ਲੇਕਿਨ ਇਹ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਸਿਸਟਮ ਹੈ, ਪੋਲੀਟੀਕਲ ਸਿਸਟਮ, ਉਸ ਦੇ ਅੰਡਰ ਇਹ ਦੇਈ ਜਾਂਦੇ ਨੇ। ਈਵਨ ਲੋਕੀ ਚਾਹੁੰਦੇ ਵੀ ਨਹੀਂ।
ਰਿਜ਼ਰਵੇਸ਼ਨ ਲੋਕੀ ਚਾਹੁੰਦੇ ਨਹੀਂ, ਲੇਕਿਨ ਸਰਕਾਰ ਜ਼ਬਰਦਸਤੀ ਦੇ ਰਹੀ ਹੈ। ਸਰਕਾਰ ਜਿਹੜੀ ਹੈ ਜ਼ਬਰਦਸਤੀ ਦੇ ਰਹੀ ਹੈ, ਲੋਕੀ ਚਾਹੁੰਦੇ ਨਹੀਂ ਰਿਜ਼ਰਵੇਸ਼ਨ। ਹਾਂਜੀ ਜੀ ਦੋਸਤੋ, ਬਹਰਹਾਲ ਅਗਰ ਜਨਰਲ ਕੈਟਾਗਰੀ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਸ਼ਰਮਾ ਜੀ ਦੀ ਗੱਲਾਂ ਤੇ ਗੌਰ ਕੀਤਾ ਜਾਵੇ ਤਾਂ ਇੱਕ ਗੱਲ ਤਾਂ ਪੂਰੇ ਤਰੀਕੇ ਨਾਲ ਸਾਫ਼ ਹੈ ਕਿ ਰਿਜ਼ਰਵੇਸ਼ਨ ਜਿਹੜੀ ਹੈ ਉਹ ਕਾਬਲ ਬੱਚਿਆਂ ਦੇ ਹੀ ਨਹੀਂ, ਕਾਬਲ ਲੋਕ ਜਿਹੜੇ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਰਾਹ ਦੇ ਵਿੱਚ ਵੀ ਰੋੜੇ ਵਿਛੇ ਹੋਣ ਦਾ ਕੰਮ ਕਰ ਰਹੀ ਹੈ। ਤਾਂ ਰਿਜ਼ਰਵੇਸ਼ਨ ਕਿਤੇ ਨਾ ਕਿਤੇ ਖਤਮ ਕਰਦੇ ਹੋਏ ਜਿਹੜਾ ਹੈਗਾ ਉਹ ਕਾਬਲੀਅਤ ਦੀ ਪਛਾਣ ਹੋਣੀ ਚਾਹੀਦੀ ਹੈ। ਮੈਰਿਟ ਦੇ ਆਧਾਰ ਤੇ ਜਿਹੜਾ ਹੈਗਾ ਨੌਜਵਾਨ ਹੋਣ ਜਾਂ ਕੋਈ ਵੀ ਸਰਕਾਰੀ ਕਰਮਚਾਰੀ ਵਰਗ ਹੋਵੇ ਉਸ ਨੂੰ ਅੱਗੇ ਪ੍ਰਮੋਸ਼ਨ ਦਿੱਤੀ ਜਾਣੀ ਚਾਹੀਦੀ ਹੈ। ਇਹ ਗੱਲਾਂ ਜਿਹੜੀਆਂ ਹੈਗਾ ਇਹਨਾਂ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਜਨਰਲ ਕੈਟਾਗਰੀ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਿਹੜੇ ਹੈਗੇ ਨੇ ਸ਼ਾਮ ਲਾਲ ਸ਼ਰਮਾ ਜੀ ਉਹਨਾਂ ਨੇ ਕੀਤਾ। ਬਹਰਹਾਲ ਸ਼ਰਮਾ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਬੜੀ ਮਿਹਰਬਾਨੀ। ਬਹਰਹਾਲ ਦੋਸਤੋ, ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਗਗਨਦੀਪ ਨਾਰੰਗ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।